ਹਾਈ ਗਾਇਸ, ਹਾਈ ਵੈਲਕਮ ਬੈਕ। ਅਸੀਂ ਬੈਠੇ ਸੀ ਤੇ ਸ਼ਾਮ ਨੂੰ ਗੱਲਾਂ ਕਰ ਰਹੇ ਸੀ ਮੇਰੇ ਕਾਲਜ ਲਾਈਫ ਦੀਆਂ, ਜੋ ਕਿ ਇੰਡੀਆ ਵਿੱਚ ਮੈਂ ਆਪਣੀ ਸਟੱਡੀ ਪੂਰੀ ਕੀਤੀ ਹੈ। ਇੱਥੇ ਜਸ਼ਨ ਆਪਣੀ ਸਟੱਡੀ ਪੂਰੀ ਕਰ ਰਹੀ ਹੈ। ਜਸ਼ਨ, ਤੁਸੀਂ ਦੱਸੋ, ਤੁਸੀਂ ਇੱਥੇ ਕਿਵੇਂ ਆਏ? ਤੁਹਾਡੀ ਸਟੂਡੈਂਟ ਸਟੱਡੀ ਵੀਜ਼ੇ ਬਾਰੇ ਦੱਸੋ ਸਾਨੂੰ। ਲਾਈਕ ਆਪਾਂ ਸਾਰਿਆਂ ਦੀ ਉੱਥੇ ਕਾਲਜ ਲਾਈਫ ਬਹੁਤ ਈਜ਼ੀ ਹੁੰਦੀ ਹੈ। ਹਾਂ। ਲਾਈਕ ਈਜ਼ੀ ਤਾਂ ਨਹੀਂ ਹੁੰਦੀ ਹੈਗੀ, ਬਹੁਤ ਟਫ ਹੁੰਦੀ ਹੈ ਯਾਰ। ਸਟੱਡੀ ਤਾਂ ਸਾਰੀ ਦੀ ਟਫ ਹੈ। ਇਹ ਗੱਲ ਮੰਨਦੇ ਆ ਕਿ ਹਾਂ, ਬਟ ਇੰਡੀਆ ਦੇ ਲੋਕਾਂ ਨੂੰ ਲੱਗਦਾ ਹੁੰਦਾ ਹੈ ਕਿ ਹਾਂ ਅਗਰ ਕੈਨੇਡਾ ਆ ਗਏ ਤਾਂ ਉੱਥੇ ਲਾਈਕ ਸਟੱਡੀ ਬਹੁਤ ਈਜ਼ੀ ਹੈ। ਪਰ ਇੱਕ ਗੱਲ ਮੰਨਦੀ ਆ, ਉੱਥੇ ਨਾ ਲਿਵਿੰਗ ਥੋੜੀ ਜਿਹੀ ਸਹੀ ਹੁੰਦੀ ਹੈ। ਸਟੱਡੀ ਤਾਂ ਔਖੀ ਹੁੰਦੀ ਹੈ, ਪਰ ਇਹ ਹੁੰਦਾ ਪੇਰੈਂਟਸ ਦੇ ਘਰ ਹੀ ਰਹਿਣਾ ਹੁੰਦਾ ਸੌਖਾ ਹੀ ਹੈ। ਯਾ ਇਹ ਬਹੁਤ ਖਾਣਾ ਪੀਣਾ ਹੁੰਦੀ ਹੈ ਮਿਲ ਕਿ ਆਪਣੇ ਜਾਂਦਾ ਹੈ। ਪੇਰੈਂਟਸ ਤੋਂ ਦੂਰ ਰਹਿੰਦੇ ਆ। ਠੀਕ ਹੈ, ਸੋ ਮੈਂ ਟੌਪਿਕ ਤੋਂ ਸੌਰੀ ਸਟਿਕ ਇਟਸ ਓਕੇ। ਸੋ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਲਾਈਕ ਆਪਾਂ +2 ਕਰਦੇ ਆ, ਠੀਕ ਹੈ, ਆਪਣੀ ਫਿਨਿਸ਼ ਹੁੰਦੀ ਹੈ। ਆਪਾਂ ਉਸ ਤੋਂ ਬਾਅਦ ਆਇਲਸ ਦਾ ਐਗਜ਼ਾਮ ਦਿੰਦੇ ਆ, ਟੋਫਲ ਜਾਂ ਪੀਟੀ ਹੁੰਦੀ ਹੈ। 3 ਐਗਜ਼ਾਮਸ ਲਾਈਕ ਐਗਜ਼ਾਮ ਦਿੰਦੇ ਆ। ਇੰਗਲਿਸ਼ ਲੈਂਗੁਏਜ ਟੈਸਟ ਹੁੰਦਾ ਹੈ ਇਹ ਤਿੰਨੋਂ। ਸੋ ਇਹਨਾਂ ਵਿੱਚੋਂ ਕੋਈ ਵੀ ਇੱਕ ਇਹ ਸਾਰੇ ਸਟੂਡੈਂਟਸ ਨੂੰ ਦੇਣਾ ਕੰਪਲਸਰੀ ਹੈ? ਡੈਫੀਨਿਟਲੀ। ਲਾਈਕ ਅਗਰ ਤੁਸੀਂ ਕੈਨੇਡਾ ਆਣਾ ਹੈ ਤਾਂ ਜਾਂ ਕਿਸੇ ਵੀ ਹੋਰ ਕੰਟਰੀ ਚ? ਕੈਨੇਡਾ ਆਣਾ ਹੈ ਜਾਂ ਆਸਟ੍ਰੇਲੀਆ ਆਣਾ ਹੈ, ਮੈਨੂੰ ਕਿਸੇ ਹੋਰ ਕੰਟਰੀ ਦਾ ਨਹੀਂ ਪਤਾ। ਆਲਮੋਸਟ ਸਾਰੀ ਕੰਟਰੀਜ਼ 'ਚ ਦੇਣਾ ਪੈਂਦਾ ਹੈ, ਬਟ ਆਈ ਥਿੰਕ ਯੂਕੇ 'ਚ ਨਹੀਂ ਦੇਣਾ ਪੈਂਦਾ ਬਿਕੋਜ਼ ਰੀਸੈਂਟਲੀ ਮੇਰੀ ਸਿਸਟਰ ਦੇ ਰਹੀ ਹੈ। ਲਾਈਕ ਸੋ ਮੈਂ ਤੁਹਾਨੂੰ ਦੱਸਾਂ ਕਿ ਆਇਲਸ ਕਲੀਅਰ ਕਰਨ ਲਾਈਕ ਤੁਹਾਡੇ ਈਚ 6 ਹੋਣੇ ਚਾਹੀਦੇ ਆ, ਲਾਈਕ ਜਿੰਨੇ ਕਿ ਕੈਨੇਡਾ ਦੇ ਰੂਲਸ ਹੈਗੇ ਆ। ਤੇ ਤੁਹਾਡੇ ਕਿੰਨੇ ਆਏ? ਮੇਰੇ ਆਏ ਸੀਗੇ ਲਾਈਕ 6.5। ਓਕੇ, ਸੋ ਗੁੱਡ ਸਕੋਰ। ਥੈਂਕ ਯੂ। ਸੋ ਲਾਈਕ ਇਹ ਹੁੰਦਾ ਹੈ ਕਿ ਆਪਾਂ ਆਇਲਸ ਕਲੀਅਰ ਕਰਦੇ ਆ, ਉਸ ਤੋਂ ਬਾਅਦ ਆਪਾਂ ਨੂੰ ਜਿਸ ਕਾਲਜ ਜਾਂ ਜਿਸ ਏਰੀਆ 'ਚ ਐਡਮਿਸ਼ਨ ਚਾਹੀਦੀ ਹੁੰਦੀ ਹੈਗੀ, ਲਾਈਕ ਉੱਥੇ ਆਪਾਂ ਡਿਫਰੈਂਟ ਕਾਲਜਸ 'ਚ ਆਫਰ ਲੈਟਰ ਅਪਲਾਈ ਕਰਨਾ ਸ਼ੁਰੂ ਕਰਦੇ ਆ। ਤੁਸੀਂ ਕਿੰਨੇ ਕਾਲਜਾਂ ਚ ਕੀਤਾ ਸੀਗਾ ਅਪਲਾਈ? ਮੈਂ 3-4 ਕਾਲਜਸ 'ਚ ਅਪਲਾਈ ਕੀਤਾ ਸੀਗਾ ਬਿਕੋਜ਼ ਇਹ ਲੱਕ ਤੇ ਹੁੰਦਾ ਹੈ ਕਿ ਪਤਾ ਨਹੀਂ ਕਿਸ ਕਾਲਜ 'ਚੋਂ ਆਊਗਾ ਕਿਸ 'ਚੋਂ ਨਹੀਂ ਆਊਗਾ। ਸੋ ਆਪਾਂ 3-4 ਚ ਡੈਫੀਨਿਟਲੀ ਅਪਲਾਈ ਕਰਦੇ ਆ। ਅਲਬਰਟਾ ਚ ਕੀਤਾ ਸੀ ਤੁਸੀਂ ਜਾਂ BC ਚ? ਲਾਈਕ ਬ੍ਰਿਟਿਸ਼ ਕੋਲੰਬੀਆ 'ਚ ਮੈਂ ਅਪਲਾਈ ਕੀਤਾ ਸੀ, ਐਂਡ ਮੈਂ ਮੌਂਟਰੀਅਲ ਵੀ ਅਪਲਾਈ ਕੀਤਾ ਸੀ, ਐਂਡ ਮੈਂ ਅਲਬਰਟਾ ਵੀ ਅਪਲਾਈ ਕੀਤਾ ਸੀ। ਬਟ ਬਾਈ ਲੱਕ ਮੈਨੂੰ ਬ੍ਰਿਟਿਸ਼ ਕੋਲੰਬੀਆ 'ਚ ਸਰੀ 'ਚ ਮਿਲ ਗਿਆ, ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ। ਸੋ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਆਪਣੀ ਕਾਲਜ ਆਪਾਂ ਨੂੰ ਜਦੋਂ ਆਫਰ ਲੈਟਰ ਆ ਜਾਂਦਾ, ਆਪਣੀ ਕਾਲਜ ਵਗੈਰਾ ਲਈ ਫੀਸ ਭਰਾਉਂਦੇ ਹੈਗੇ। ਫੀਸ ਭਰਾਉਣ ਤੋਂ ਬਾਅਦ ਲਾਈਕ ਇੱਕ GIC ਹੁੰਦੀ ਹੈ ਕਿ ਆਪਣੀ ਇੱਥੇ ਲਿਵਿੰਗ ਈਜ਼ੀ ਹੋ ਜੇ, ਤਾਂ ਉਹ ਐਡਵਾਂਸ ਪੈਸੇ ਭਰਾਉਂਦੇ ਆ। ਉਹ ਕਿਵੇਂ GIC ਦੱਸੋ ਸਾਨੂੰ, ਉਹ ਕੀ ਹੁੰਦਾ? ਲਾਈਕ GIC ਹੁੰਦੀ ਹੈ ਕਿ ਆਪਾਂ ਨੂੰ ਆਪਣਾ ਖਰਚਾ ਮਿਲ ਜਾਂਦਾ ਹੈ ਹਰੇਕ ਮੰਥ ਮਿਲਦਾ ਹੈ। ਲਾਈਕ ਹਰ ਮੰਥ ਆਪਾਂ ਨੂੰ ਆਪਣਾ ਖਰਚਾ ਆ ਰਿਹਾ ਹੁੰਦਾ ਹੈ। ਲਾਈਕ ਉਹ ਯੂਨੀਵਰਸਿਟੀ ਸ਼ਾਇਦ ਤਾਂ ਭਰਾਂਦੀ ਹੈਗੀ ਤਾਂ ਜੋ ਤੁਹਾਨੂੰ ਕੋਈ ਡਿਫਿਕਲਟੀ ਨਾ ਆਵੇ ਬਾਅਦ ਚ ਤੁਹਾਡੀ, ਅਗਰ ਤੁਹਾਨੂੰ ਜੌਬ ਨਾ ਮਿਲੇ ਜਾਂ ਕੋਈ ਹੋਰ ਪ੍ਰੋਬਲਮ ਆ ਜੇ, ਜਿਵੇਂ ਕਿ ਹੁਣ ਕੋਵਿਡ ਆ ਗਿਆ। ਹਾਂ ਰਾਈਟ, ਕਿ ਕਿੰਨੀਆਂ ਜੌਬਸ ਲੂਜ਼ ਹੋਈਆਂ ਨੇ। ਸੋ ਹਾਂਜੀ, ਇਹ ਹੁਣ ਤੋਂ ਬਾਅਦ ਆਪਣੇ ਮੈਡੀਕਲ ਵਗੈਰਾ ਹੁੰਦੀ, ਆਪਣੀ ਬੋਡੀ ਚੈੱਕਅਪ ਹੁੰਦਾ ਹੈ ਕਿ ਆਪਾਂ ਫਿਜ਼ੀਕਲੀ ਫਿੱਟ ਆ, ਠੀਕ ਹੈ। ਉਸ ਤੋਂ ਬਾਅਦ ਆਪਾਂ ਵੀਜ਼ੇ ਲਈ ਅਪਲਾਈ ਕਰ ਦਿਆਂਗੇ। ਲਾਈਕ ਲਿਟਰਲੀ ਇਹ ਸਾਰਾ ਕੁਝ ਪ੍ਰੋਸੈਸ ਹੁੰਦਾ ਹੈ 3-4 ਮੰਥ ਦਾ ਹੁੰਦਾ ਹੈ ਵੀਜ਼ਾ। ਨਾਲੇ ਕਈ ਲੋਕ ਬੋਲਦੇ ਕਿ ਸਾਡਾ 1 ਮੰਥ ਚ ਆ ਗਿਆ, 15 ਦਿਨਾਂ ਚ ਆ ਗਿਆ। ਆਪਾਂ ਪਹਿਲਾਂ ਆਫਰ ਲੈਟਰ ਅਪਲਾਈ ਕਰਦੇ ਹਾਂ। ਆਫਰ ਲੈਟਰ ਦੇ ਆਉਣ ਦੇ ਚਾਂਸਸ ਹੀ ਪਹਿਲਾਂ ਤਾਂ 40 ਡੇਜ਼ ਦੇ ਹੁੰਦੇ ਆ। ਹਾਂ, ਉਸ ਤੋਂ ਬਾਅਦ ਜਦੋਂ ਆਪਾਂ ਵੀਜ਼ੇ ਦਾ ਅਪਲਾਈ ਕਰਦੇ ਹਾਂ, ਵੀਜ਼ੇ ਦੇ ਚਾਂਸਸ ਵੀ ਨੀਅਰਲੀ 40 ਡੇਜ਼ ਦੇ ਹੁੰਦੇ ਆ। ਓਕੇ, ਸੋ ਲੱਕ ਹੈ ਜਿਹਦਾ ਜਲਦੀ ਆ ਜਾਏ ਜਾਂ ਜਿਹਦਾ ਲੇਟ ਆਵੇ ਆਫਰ ਲੈਟਰ ਜਾਂ ਵੀਜ਼ਾ। ਸੋ ਹਾਂ, ਓਕੇ। ਸੈਕਿੰਡ ਦੱਸੋ, ਤੁਸੀਂ ਫਿਰ ਇੱਥੇ ਆ ਗਏ, ਕਾਲਜ ਜਾਣ ਲੱਗ ਗਏ, ਉਸ ਤੋਂ ਬਾਅਦ ਕੀ ਹੋਇਆ? ਇੱਕ ਇੱਥੇ ਆ ਗਈ ਮੈਂ, ਸਭ ਤੋਂ ਪਹਿਲਾਂ ਤਾਂ ਦ ਮੋਸਟ ਡਿਫਿਕਲਟ ਥਿੰਗ ਆਪਣੀ ਮੰਮੀ ਡੈਡੀ ਤੋਂ ਬਿਨਾਂ ਇੱਥੇ ਆਉਣਾ ਹੈ। ਇਹ ਤਾਂ ਔਖਾ ਹੀ ਹੈ, ਵੈਰੀ ਡਿਫਿਕਲਟ ਹੈ ਕਿ ਠੀਕ ਹੈ। ਇੱਥੇ ਆ ਕੇ ਮੇਰਾ ਲਾਈਫ ਸਟਾਈਲ ਫੁੱਲੀ ਚੇਂਜ। ਲਾਈਕ ਉੱਥੇ ਹੁੰਦਾ ਸੀ ਕਿ ਸਵੇਰ ਉੱਠੋ, ਹੁੰਦਾ ਹੈ ਕਿ ਮੰਮਾ ਨੇ ਚਾਹ ਦੇਣੀ ਹੈ, ਜਾਂ ਟੋਟਲੀ ਆਪਾਂ ਮੰਮੀ ਪਾਪਾ ਤੇ ਡਿਪੈਂਡ ਹੁੰਦੇ ਹਾਂ। ਇੱਥੇ ਆ ਕੇ ਸਾਰਾ ਕੁਝ ਜਦੋਂ ਆਪਣੇ ਆਪ ਕਰਨਾ ਪੈਂਦਾ ਹੈ, ਲਾਈਕ ਇੱਕ ਵਾਰੀ ਤਾਂ ਦਿਮਾਗ ਕੈਨੇਡਾ ਦਾ ਇੱਕ ਰੂਲ ਹੈ, ਸਾਰੇ ਕੰਮ ਆਪਣੇ ਆਪ ਹੀ ਕਰਨੇ ਪੈਂਦੇ ਆ। ਹਾਂ, ਇਹ ਹੈਗਾ ਕਿ ਹਾਂ ਸਾਰੇ ਕੰਮ ਆਪਣੇ ਆਪ ਹੀ ਕਰਨੇ ਪੈਂਦੇ ਆ। ਮੈਂ ਕਦੇ ਸੋਚਿਆ ਨਹੀਂ ਸੀ ਕਿ ਹਾਂ ਇੱਥੇ ਕਿ ਮੈਂ ਕਦੇ ਜੌਬ ਕਰੂੰਗੀ ਸਟੱਡੀ ਦੇ ਦੌਰਾਨ, ਲਾਈਕ ਮੈਂ ਕਦੇ ਜੌਬ ਕਰੂੰਗੀ, ਮੈਂ ਕਦੇ ਨਹੀਂ ਸੋਚਿਆ ਸੀਗਾ।
ਸੋ ਜਿੱਦਾਂ ਇੰਡੀਆ ਆਪਾਂ ਦੇਖ ਰਹੇ ਹਾਂ ਸਟੂਡੈਂਟ ਸਿਰਫ ਸਟੱਡੀ ਕਰਦੇ ਹਾਂ ਆ। ਇੰਡੀਆ ਦੇਖੋ ਤੁਸੀਂ 12th ਕੌਣ ਸੋਚਦਾ ਹੈਗਾ ਵੀ ਅਸੀਂ ਜੌਬ ਕਰਾਂਗੇ, 12th ਤੋਂ ਬਾਅਦ ਕੌਣ ਸੋਚਦਾ ਹੈ ਵੀ ਜੌਬ ਕਰਾਂਗੇ, ਹਨਾ। ਇੱਥੇ 12th ਤੋਂ ਬਾਅਦ ਵੀ ਜੌਬ ਕਰਦੇ ਆ ਬੱਚੇ, +2 ਕਰਕੇ ਉੱਥੋਂ ਆਉਂਦੇ ਆ ਤੇ ਇੱਥੇ ਜੌਬ ਫਾਈਂਡ ਕਰਨ ਲੱਗ ਜਾਂਦੇ ਹੈਗੇ, ਹਨਾ। ਇਹ ਕਿੰਨਾ ਔਖਾ ਹੈਗਾ। ਇੰਡੀਆ ਤਾਂ ਆਪਾਂ ਨੂੰ ਡਿਗਰੀ ਤੋਂ ਬਾਅਦ, ਮਾਸਟਰ ਡਿਗਰੀ ਤੋਂ ਬਾਅਦ ਆਪਾਂ ਫੇਰ ਕਿਤੇ ਜਾ ਕੇ ਜੌਬ ਸੋਚਦੇ ਆਂਗੇ, ਪਰ ਇਹ ਥੋੜਾ ਔਖਾ ਹੈ ਵੀ 18 ਈਅਰ ਦੇ ਬੱਚੇ ਹੁੰਦੇ ਆ ਫਿਰ ਉਹਨਾਂ ਨੂੰ ਜੌਬ ਕਰਨੀ ਪੈਂਦੀ ਹੈ, ਨਾਲ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ। ਤੇ ਉਸ ਤੋਂ ਫਰੈਂਡਸ ਬਣੇ ਤੁਹਾਡੇ? ਹਾਂ ਮੇਰੇ ਫਰੈਂਡਸ ਬਣੇ ਐਂਡ ਵਧੀਆ ਫਰੈਂਡਸ ਬਣੇ? ਬਹੁਤ ਵਧੀਆ ਫਰੈਂਡਸ ਬਣੇ ਮੇਰੇ। ਲਾਈਕ ਮੈਂ ਬਹੁਤ ਇੰਟਰੋਵਰਟ ਟਾਈਪ ਆ, ਬਟ ਲਾਈਕ ਹੌਲੀ ਹੌਲੀ ਮੈਨੂੰ ਲੱਗਣ ਲੱਗ ਗਿਆ ਕਿ ਨਹੀਂ ਮੈਂ ਕੈਨੇਡਾ ਆਈ ਹਾਂ, ਸੋ ਮੈਨੂੰ ਲੋਕਾਂ 'ਚ ਘੁਲਣਾ ਮਿਲਣਾ ਚਾਹੀਦਾ ਆ ਐਂਡ ਮੈਨੂੰ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਉਹਨਾਂ ਦੇ ਨਾਲ। ਸੋ here I wanna thanks to my friends, ਉਹਨਾਂ ਨੇ ਮੇਰਾ ਹਰ ਟਾਈਮ ਬਹੁਤ ਸਾਥ ਦਿੱਤਾ। ਲਾਈਕ ਠੀਕ ਹੈ ਕਿ ਕੁਝ ਗੱਲਾਂ ਹੁੰਦੀਆਂ ਨੇ ਕਿ ਉਹ ਸ਼ਾਇਦ ਮੇਰਾ ਪੈਸਿਆਂ ਦੇ ਨਾਲ ਨਹੀਂ ਸਾਥ ਦੇ ਸਕਦੇ, ਬਟ ਵੈਸੇ ਸਾਥ ਦੇਣਾ ਇਜ਼ ਲਾਈਕ ਵੈਰੀ ਇੱਥੇ ਮਨੀ ਦੇ ਨਾਲ ਤਾਂ ਕੋਈ ਵੀ ਨਹੀਂ ਸਾਥ ਦੇ ਸਕਦਾ, ਕਿਉਂਕਿ ਉਹ ਵੀ ਸਟੂਡੈਂਟ ਨਹੀਂ ਨਾ। Yeah. ਉਹਨਾਂ ਨੇ ਵੀ ਆਪਣੀ ਲਿਵਿੰਗ ਦੇਖਣੀ ਹੈ, ਆਪਣੇ ਖਰਚੇ ਦੇਖਣੇ ਆ, ਸਾਰਾ ਕੁਝ ਦੇਖਣੇ ਆ। ਸੋ ਮੈਂ ਉਹਨਾਂ ਦੇ ਨਾਮ ਲੈ ਸਕਦੀ ਹਾਂ। ਹਾਂ ਜ਼ਰੂਰ, ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਜੋ ਤੁਹਾਡੇ ਵਧੀਆ ਫਰੈਂਡ ਬਣੇ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਉਹਨਾਂ ਬਾਰੇ ਵੀ ਕੁਝ ਸ਼ੇਅਰ ਕਰਨਾ ਚਾਹੀਦਾ ਹੈ ਨਾ। ਦੱਸੋ। ਸੋ ਮੈਂ ਇੱਥੇ ਸਭ ਤੋਂ ਜ਼ਿਆਦਾ ਸਪੈਸੀਫਿਕਲੀ ਨਾਮ ਲੈਣਾ ਚਾਹੂੰਗੀ ਮੇਰੇ ਜਿਹੜੇ ਮੇਰੇ ਬਹੁਤ ਕਲੋਜ਼ ਹੈ ਜਾਂ ਬਹੁਤ ਜ਼ਿਆਦਾ ਹੀ ਕਲੋਜ਼ ਹੈ। ਸੋ ਅਮਨੀਤ, ਕਰਨ, ਸੁਖਮਨ, ਬਿਆੰਤ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਕਿ ਹਾਂ ਠੀਕ ਤੁਸੀਂ ਜਿੱਥੇ ਵੀ ਸੀ, ਲਾਈਕ ਸ਼ਾਇਦ ਤੁਸੀਂ ਮੇਰੀ ਮਨੀ ਦੇ ਵਾਈਜ਼ ਨਹੀਂ ਤਾਂ ਤੁਸੀਂ ਮੇਰੀ ਹਰ ਜਗ੍ਹਾ ਤੇ ਹੈਲਪ ਕੀਤੀ ਹੈ, ਮੇਰੇ ਨਾਲ ਇੰਜੋਏ ਕੀਤਾ। ਇੱਥੋਂ ਦੀ ਸਟ੍ਰੈਸਡ ਲਾਈਫ 'ਚ ਫਰੈਂਡਸ ਨਾਲ ਚਿਲ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਲਾਈਕ ਹਰ ਵਕਤ ਦਿਮਾਗ ਤੇ ਰਹਿਣਾ ਕਿ ਕੱਲ ਕੰਮ ਤੇ ਜਾਣਾ ਆ, ਅਸਾਈਨਮੈਂਟ ਪੈਂਡਿੰਗ ਆ, ਅਸਾਈਨਮੈਂਟ ਡਿਊ ਹੋਣੀ ਅੱਜ। ਇੱਕ ਇਕੱਲਾਪਣ ਹੁੰਦਾ ਜਿਹੜਾ ਇਕੱਲਾਪਨ, ਲੋਨਲੀਪਨ ਜਿਹੜਾ ਮੇਰਾ ਦੂਰ ਕੀਤਾ ਆ, ਤਾਂ ਉਹ ਇਹਨਾਂ 4-5 ਜਣਿਆਂ ਨੇ ਕੀਤਾ ਆ। ਸੋ ਆਈ ਵਾਂਟ ਟੂ ਥੈਂਕ ਯੂ। ਮੈਂ ਬਹੁਤ ਥੈਂਕ ਯੂ ਕਰਨਾ, ਲਾਈਕ ਇੱਥੇ ਫਰੈਂਡਸ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਲਾਈਕ ਤੁਹਾਡੀ ਜਾਣ ਪਛਾਣ ਹੋਣੀ ਨਹੀਂ, ਇਹ ਜ਼ਰੂਰੀ ਹੁੰਦਾ ਹੈ ਵੀ ਜੋ ਪੰਜਾਬੀ ਹੈ ਜਾਂ ਜੋ ਇੰਡੀਆ ਤੋਂ ਆਇਆ ਹੈਗਾ ਉਹ ਸਿਰਫ ਇੰਡੀਅਨ ਹੀ ਫਰੈਂਡ ਬਣਾਵੇ, ਤੁਹਾਡੇ ਦੂਸਰੇ ਨਹੀਂ ਫਰੈਂਡ ਬਣੇ ਹੈਗੇ। ਤੁਸੀਂ ਦੂਸਰੇ ਕਲਚਰ, ਕਿਸੇ ਨਾਲ ਦੂਸਰੇ ਕਲਚਰ ਵਿੱਚ ਨਹੀਂ ਗਏ ਹੈਗੇ ਜਾਂ ਉਹਨਾਂ ਦਾ ਕਲਚਰ ਤੁਹਾਨੂੰ ਪਸੰਦ ਨਹੀਂ ਆਇਆ? ਨਹੀਂ, ਇਟਸ ਨਾਟ ਬੀ ਲਾਈਕ ਕਿ ਹਾਂ ਮੈਂ ਕਿਸੇ ਦੂਸਰੇ ਕਲਚਰ 'ਚ ਨਹੀਂ ਗਈ ਹੈਗੀ। ਸੋ ਵੀ ਲਾਈਕ ਐਦਾਂ ਕਿ ਮੇਰੀ ਇੱਕ ਜਰਮਨ ਦੀ ਫਰੈਂਡ ਵੀ ਹੈਗੀ ਸੀ, ਮੇਰੀ ਇੱਕ ਸਕਾਟਲੈਂਡ ਦੀ ਫਰੈਂਡ ਵੀ ਹੈਗੀ ਹੈ। ਸੋ ਇਟਸ ਬੀ ਲਾਈਕ ਕਿ ਆਪਣਾਪਨ ਹੁੰਦਾ ਨਾ ਜਿਹੜਾ, ਉਹ ਆਪਣਿਆਂ ਵਿੱਚ ਹੀ ਮਿਲਦਾ ਹੁੰਦਾ। ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਾਂ ਉਹ ਆਪਾਂ ਨੂੰ ਲੱਗਦਾ ਹੁੰਦਾ ਕਿ ਇਹ ਮੇਰੀ ਕਮਿਊਨਿਟੀ ਦਾ, ਸ਼ਾਇਦ ਇਹ ਮੇਰੀਆਂ ਗੱਲਾਂ ਜ਼ਿਆਦਾ ਈਜ਼ੀਲੀ ਅੰਡਰਸਟੈਂਡ ਕਰ ਲਏਗਾ। ਸੋ ਆਪਾਂ ਨੂੰ ਇਹ ਹੁੰਦਾ ਹੈ ਕਿ ਹਾਂ ਕਿ ਆਪਣੇ ਫਰੈਂਡਸ ਹੋਣ ਜ਼ਿਆਦਾ। ਸੋ ਸ਼ਾਇਦ ਅੱਗੇ ਦੂਸਰੇ ਕਲਚਰ ਦੇ ਜਾਂ ਹੋਰ ਵੀ ਫਰੈਂਡਸ ਬਣ ਜਾਣ, It's a good- ਇੰਟਰਨੈਸ਼ਨਲ ਫਰੈਂਡਸ਼ਿਪ ਹੋ ਜੇ ਤੁਹਾਡੀ ਕਿਸੇ ਨਾਲ। ਐਕਚੁਅਲੀ ਮੇਰੀਆਂ ਹੈਗੀਆਂ ਨੇ, ਲਾਈਕ ਮੇਰੀ ਸਕਾਟਲੈਂਡ ਦੀ ਇੱਕ ਫਰੈਂਡ ਹੈਗੀ ਹੈ ਕੈਮਰਨ। ਸੋ ਯੂਜੂਅਲੀ ਮੈਂ ਉਹਦੀਆਂ ਗੱਲਾਂ ਸੁਣਦੀ ਹਾਂ, ਲਾਈਕ ਉਹਨਾਂ ਦਾ ਕਲਚਰ ਤੇ ਆਪਣਾ ਕਲਚਰ ਬਹੁਤ ਡਿਫਰੈਂਟ ਆ। ਸੋ ਕਿ ਹਾਂ ਉਹ ਗੱਲਾਂ ਸੁਣਨ 'ਚ ਇੰਟਰਸਟਿੰਗ ਵੀ ਲੱਗਦੀਆਂ ਨੇ, ਬਟ ਕਿਤੇ ਨਾ ਕਿਤੇ ਇਹ ਫੀਲ ਹੁੰਦਾ ਹੈ ਕਿ ਨਹੀਂ ਇਹ ਉਸ ਵੇ ਨਾਲ ਆਪਾਂ ਨੂੰ ਅੰਡਰਸਟੈਂਡ ਨਹੀਂ ਕਰਨਗੇ ਜਿਸ ਵੇ ਨਾਲ ਆਪਾਂ ਨੂੰ ਅੰਡਰਸਟੈਂਡ ਕਰਦੇ ਆ। ਫੂਡ ਤੇ ਲੈਣ ਕੌਣ ਆਊਗਾ? ਤੁਹਾਡੀ ਸਭ ਤੋਂ ਪਹਿਲਾਂ ਹੈਲਪ ਕਿਹਨੇ ਕੀਤੀ? ਲਾਈਕ ਸਭ ਤੋਂ ਪਹਿਲਾਂ ਮੈਨੂੰ ਮੇਰੇ ਤਾਇਆ ਜੀ ਦੀ ਬੇਟੀ ਲੈਣ ਆਈ ਸੀ। ਬਾਅਦ ਮੈਂ ਲਾਈਕ ਜੌਬ ਫਾਈਂਡ ਆਊਟ ਕਰਨੀ ਸਟਾਰਟ ਕਰਤੀ, ਸੋ ਤਾਂ ਕਿ ਮੇਰੀ ਲਿਵਿੰਗ ਹੋਰ ਈਜ਼ੀ ਹੋ ਜੇ। ਵੈਸੇ ਤਾਂ ਤੁਹਾਨੂੰ ਲਿਵਿੰਗ ਲਈ ਮਿਲਦੇ ਸੀਗੇ ਹਨਾ, ਤੁਹਾਡਾ $500 ਆਉਂਦਾ ਸੀ, ਮਿਲਦਾ ਆ। ਪਰ ਫਿਰ ਵੀ ਤੁਸੀਂ ਕਿਵੇਂ ਐਡਜਸਟ ਕੀਤਾ? 500 ਤਾਂ ਬਹੁਤ ਡਿਫਿਕਲਟ ਹੈ ਨਾ, ਵਿੱਚ ਗਰੋਸਰੀ ਵੀ ਆ ਗਿਆ, ਰੈਂਟ ਵੀ ਆ ਗਿਆ। ਜਦੋਂ ਸਭ ਤੋਂ ਪਹਿਲੀ GIC ਆਉਂਦੀ ਹੈ ਤਾਂ 2000 ਆਉਂਦੀ ਹੁੰਦੀ ਹੈ। ਓਕੇ। ਸੋ ਉਹਦੇ ਚੋਂ ਆਪਾਂ ਆਪਣੇ ਬਹੁਤ ਕੰਮ ਕਰ ਲੈਂਦੇ ਹਾਂ, ਲਾਈਕ ਆਪਣੀ ਆਈਡੀਜ਼ ਵਗੈਰਾ ਬਣਾ ਲੈਂਦੇ ਹਾਂ ਜਾਂ ਹੋਰ ਕੁਝ ਕਰ ਲੈਂਦੇ ਹਾਂ, ਰੈਂਟ ਵਗੈਰਾ ਵੀ ਪੇ ਹੁੰਦਾ ਉਹਨੂੰ। ਮੈਂ ਚਾਹੁੰਦੀ ਹਾਂ ਕਿ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਉਸ GIC ਨੂੰ ਜਿੰਨਾ ਹੋ ਸਕਦਾ ਹੈ ਸੇਵ ਕਰਕੇ ਰੱਖੋ ਐਂਡ ਠੀਕ ਹੈ ਜਲਦੀ ਤੋਂ ਜਲਦੀ ਜੌਬ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੋ। ਲਾਈਕ ਆਪਣੇ ਅਨਨੋਨਸ ਨੂੰ ਪੁੱਛੋ ਕਿ ਹਾਂ ਅਗਰ ਤੁਹਾਡੀ ਕੋਈ ਜੌਬ ਅਵੇਲੇਬਲ ਹੈ। ਲਾਈਕ ਸਿਰਫ ਇੰਡੀਡ ਤੇ ਰੈਜ਼ੂਮੇ ਪਾਉਣ ਨਾਲ ਨਥਿੰਗ, ਕੁਝ ਨਹੀਂ ਹੋਣਾ ਹੈਗਾ। ਸੋ ਕਿ ਲਾਈਕ ਤੁਹਾਨੂੰ ਪਰਸਨਲੀ ਉੱਥੇ ਜਾ ਕੇ ਮਿਲਣਾ ਪਊ, ਉੱਥੇ ਪਰਸਨਲੀ ਰੈਜ਼ੂਮੇ ਬਣਨੇ ਪੈਣਗੇ। ਲਾਈਕ ਟੂ ਬੀ ਓਨੈਸਟ ਜਦੋਂ ਮੈਂ ਕੈਨੇਡਾ ਆਈ ਸੀ ਮੈਂ 1 ਮਹੀਨਾ ਬਾਹਰ ਹੀ ਨਿਕਲੀ ਸੀ ਘਰੋਂ, ਬਿਕੋਜ਼ ਮੈਂ ਇੰਨਾ
ਆਏ ਹੁੰਦਾ ਸੀ ਕਿ ਮੈਂ ਬਹੁਤ ਡਰੀ ਜਿਹੀ ਹੋਈ ਹਾਂ, ਲਾਈਕ ਇੱਕ ਡਰੀ ਦਬੀਜੀ ਕੁੜੀ, ਲਾਈਕ ਘਰਦਿਆਂ ਦੀ ਸਿਕਿਉਰਿਟੀ ਚੋਂ ਇੱਕਦਮ ਬਾਹਰ ਨਿਕਲ ਰਹੀ ਹੈਗੀ। ਸੋ ਮੈਨੂੰ ਉਹ ਸਾਰਾ ਐਕਸਪੀਰੀਅੰਸ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੁੰਦੀ ਸੀ, ਫੀਲਿੰਗ ਕਿ ਹਾਂ ਮੈਂ ਕਿਵੇਂ ਜੇ ਰਹਿ ਰਹੀ ਹਾਂ, ਲਾਈਕ ਮੈਨੂੰ ਆਪਣਾ ਖਾਣਾ ਬਣਾਉਣਾ ਪੈਂਦਾ, ਇਹ ਸਭ ਕੁਝ ਮੈਨੂੰ ਕਰਨਾ ਪੈਂਦਾ ਆ। ਸੋ ਬਟ ਵਧੀਆ ਗੱਲ ਕੀ ਹੁੰਦੀ ਹੈ ਕਿ ਤੁਸੀਂ ਥੋੜਾ ਜਿਹਾ ਬਾਹਰ ਨਿਕਲੋਗੇ, ਲੋਕਾਂ ਨੂੰ ਜਾਣੋਗੇ, ਪਹਿਚਾਨੋਗੇ, ਤਾਂ ਤੁਹਾਡੀ ਲਿਵਿੰਗ ਇੱਥੇ ਬਹੁਤ ਈਜ਼ੀ ਹੋ ਜੂਗੀ। ਸੋ ਅਗਰ ਤੁਸੀਂ ਲਾਈਕ ਇੱਥੇ ਜੌਬ ਫਾਈਂਡ ਆਊਟ ਕਰਨੀ ਹੈ ਤਾਂ ਬਾਹਰ ਨਿਕਲੋ, ਆਪਣੇ ਰੈਜ਼ੂਮੇ ਬਣਾਓ, ਵੰਡੋ। ਲਾਈਕ ਇੱਥੇ ਹੁੰਦਾ ਹੀ ਹੈ ਕਿ ਆਪਾਂ 20 ਆਵਰਸ ਹੀ ਕੰਮ ਕਰ ਸਕਦੇ ਹਾਂ। ਸੋ ਬਾਲਾ ਨਾ ਸਹੀ ਕਮ ਸੇ ਕਮ 18 ਘੰਟੇ ਵੀ ਹੋ ਜਾਏ ਤਾਂ ਬਹੁਤ ਹੁੰਦਾ ਹੈ। ਲਾਈਕ ਉਹਨਾਂ ਚੋਂ ਸੇਵਿੰਗਸ ਕਰੋ, ਬਿਕੋਜ਼ ਅੱਗੇ ਫੀਸ ਵੀ ਕੱਢਣੀ ਹੁੰਦੀ ਹੈ ਕਿ ਸਾਰਿਆਂ ਦੇ ਘਰ ਦੇ ਨਹੀਂ ਅਫੋਰਡ ਕਰਦੇ। ਐਂਡ 20 ਆਵਰਸ ਠੀਕ ਹੁੰਦਾ ਹੈ ਬਿਕੋਜ਼ ਆਪਣੀਆਂ ਅਸਾਈਨਮੈਂਟਸ ਹੁੰਦੀਆਂ ਨੇ, ਕਾਲਜ ਵੀ ਦੇਖਣਾ ਹੁੰਦਾ ਆ, ਜੌਬ ਵੀ ਦੇਖਣੀ ਹੁੰਦੀ ਹੈ। ਸੋ ਆਈ ਥਿੰਕ 20 ਆਵਰਸ ਇਨਫ ਹੁੰਦੀ ਆ ਕੰਮ ਕਰਨ ਲਈ। ਜਸ਼ਨ, ਤੁਹਾਡੀ ਫਸਟ ਜੌਬ ਬਾਰੇ ਦੱਸੋ ਸਾਨੂੰ ਸਾਰਿਆਂ ਨੂੰ, ਕਿਉਂਕਿ ਫਸਟ ਜੌਬ ਹਮੇਸ਼ਾ ਬੰਦਾ ਇਹ ਲਈ ਇੱਕ ਯਾਦਗਾਰ ਹੁੰਦੀ ਹੈ ਵੀ ਅਸੀਂ ਕੈਨੇਡਾ ਗਏ ਤੇ ਉੱਥੇ ਅਸੀਂ ਫਸਟ ਜੌਬ ਇਹ ਕੀਤੀ ਤੇ ਉੱਥੇ ਵੀ ਨਵੇਂ ਫਰੈਂਡਸ ਬਣੇ ਹੋਣੇ। ਪਲੀਜ਼ ਉਹਨਾਂ ਬਾਰੇ ਵੀ ਦੱਸੋ ਸਾਨੂੰ। ਕਿ ਮੇਰੀ ਫਸਟ ਜੌਬ ਸੀਗੀ ਲੈਂਡਸਕੇਪਿੰਗ ਦੀ। ਉਹ ਤਾਂ ਬਹੁਤ ਹਾਰਡ ਹੁੰਦੀ ਆ। ਨਹੀਂ, ਇਹ ਆਪਾਂ ਕਹਿ ਸਕਦੇ ਹਾਂ ਕਿ ਹਾਰਡ ਹੁੰਦੀ ਹੈ। ਸਭ ਤੋਂ ਪਹਿਲਾਂ ਐਕਚੁਅਲੀ ਮੇਰੀ ਲੁੱਕ ਨੂੰ ਦੇਖ ਕੇ ਪਹਿਲਾਂ ਸਾਰੇ ਕਹਿੰਦੇ ਸੀ ਕਿ ਤੂੰ ਇਹ ਜੌਬ ਕਰ ਕਿਵੇਂ ਲਏਂਗੀ। ਇਹ ਜੌਬ ਇਸ ਲਈ ਹਾਰਡ ਹੁੰਦੀ ਹੈ ਕਿਉਂਕਿ ਆਊਟਡੋਰ ਹੁੰਦੀ ਹੈ। ਜਿਹੜੀਆਂ ਆਊਟਡੋਰ ਹੁੰਦੀਆਂ ਨੇ ਜੌਬਸ ਬਹੁਤ ਜ਼ਿਆਦਾ ਡਿਫਿਕਲਟ ਹੁੰਦੀਆਂ ਨੇ ਕਿਉਂਕਿ ਵੈਦਰ ਇੱਥੇ ਦਾ ਬਹੁਤ ਜ਼ਿਆਦਾ ਹਾਰਸ਼ ਹੈ। ਬਟ ਇਟਸ ਕੀ ਹੁੰਦਾ ਹੈ ਕਿ ਆਪਾਂ ਕੰਮ ਜਦੋਂ ਟੀਮ ਵਰਕ ਕਰਦੇ ਆ ਨਾ ਤਾਂ ਕੋਈ ਵੀ ਕੰਮ ਆਪਾਂ ਨੂੰ ਔਖਾ ਨਹੀਂ ਲੱਗਦਾ। ਟੀਮ ਵਰਕ ਥੋੜਾ ਇੰਟਰਸਟਿੰਗ ਵੀ ਬਣ ਜਾਂਦਾ ਹੈ ਕੰਮ। ਐਂਡ ਜੋ ਮੇਰੇ ਬੌਸ ਸੀਗੇ, ਲਾਈਕ ਸਾਹਿਬ ਸਿੰਘ ਸੀ ਉਹਨਾਂ ਦਾ ਨਾਮ, ਐਂਡ ਉਹ ਬਹੁਤ ਵਧੀਆ ਸੀਗੇ। ਲਾਈਕ ਉਹਨਾਂ ਦੇ ਅੰਡਰ ਕੰਮ ਕਰਕੇ ਮੈਂ ਲਿਟਰਲੀ ਉਹਨਾਂ ਨੂੰ ਥੈਂਕਸ ਕਹਿਣਾ ਚਾਹੁੰਦੀ ਕਿ ਮੈਨੂੰ ਉਹਨਾਂ ਦੇ ਅੰਡਰ ਕੰਮ ਕਰਕੇ ਬਹੁਤ ਵਧੀਆ ਲੱਗਿਆ ਆ। ਉਹਨਾਂ ਦੇ ਕੰਮ ਕਰਾਉਣ ਦਾ ਵੇ ਡਿਫਰੈਂਟ ਸੀ। ਜੋ ਉਹਨਾਂ ਦੇ ਇਹ ਵੇ ਸੀਗਾ ਕਿ ਸਾਨੂੰ ਕੁਝ ਡਿਫਿਕਲਟ ਮਹਿਸੂਸ ਨਹੀਂ ਹੁੰਦਾ ਸੀਗਾ ਕਿ ਲਾਈਕ ਵਧੀਆ ਹੱਸ ਖੇਡ ਕੇ ਟੀਮ ਵਰਕ ਕਰਨਾ। ਤਾਂ ਵੀ ਮੈਨੂੰ ਇਹ ਫੀਲ ਹੁੰਦਾ ਸੀਗਾ ਕਿ ਜਦੋਂ ਆਪਾਂ ਟੀਮ 'ਚ ਕੰਮ ਕਰਦੇ ਆ ਨਾ ਤਾਂ ਆਪਾਂ ਨੂੰ ਇਹ ਲੱਗਦਾ ਕਿ ਆਪਾਂ ਕੁਝ ਕੰਮ ਕੀਤਾ ਹੀ ਨਹੀਂਗਾ। ਕਿਉਂਕਿ ਜੌਬ 'ਚ ਇੱਕ ਇੰਟਰਸਟ ਆ ਜਾਂਦਾ ਹੈ, ਆਪਾਂ ਨੂੰ ਜਾਣ ਦੀ ਖੁਸ਼ੀ ਵੀ ਮਿਲਦੀ ਹੈ, ਕੰਮ ਕਰਨ ਦੀ ਖੁਸ਼ੀ ਵੀ ਮਿਲਦੀ ਹੈ, ਜਿਹਦੇ ਨਾਲ ਆਪਾਂ ਨੂੰ ਥਕਾਵਟ ਫੀਲ ਨਹੀਂ ਹੁੰਦੀ ਹੈਗੀ। ਠੀਕ ਹੈ, ਕਿਉਂਕਿ ਆਪਾਂ ਮੈਂਟਲੀ ਖੁਸ਼ ਹੋ ਜਾਂਦੇ ਆ ਤੇ ਫਿਜ਼ੀਕਲੀ ਆਪਾਂ। ਐਂਡ ਮੈਨੂੰ ਜੌਬ ਤੇ ਜਾ ਕੇ ਵਧੀਆ ਲੱਗਦਾ ਸੀ ਬਿਕੋਜ਼ ਮੈਂ ਮੈਂਟਲੀ ਮੇਰੇ ਸਟ੍ਰੈਸ ਤੋਂ ਮੇਰਾ ਦਿਮਾਗ ਸਾਈਡ ਤੇ ਹੋ ਕੇ ਜੌਬ 'ਚ ਲੱਗਦਾ ਸੀ, ਮੇਰੇ ਆਸੇ-ਪਾਸੇ ਦੇ ਲੋਕਾਂ 'ਚ ਲੱਗਦਾ ਸੀ, ਉਸ ਟੀਮ ਵਰਕ 'ਚ ਲੱਗਦਾ ਸੀ। ਕਿਉਂਕਿ ਫਿਜ਼ੀਕਲ ਥਕਾਵਟ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਜਿੰਨੀ ਮੈਂਟਲੀ ਥਕਾਵਟ ਹੁੰਦੀ ਹੈ। ਜਦੋਂ ਬੰਦੇ ਨੂੰ ਮੈਂਟਲੀ ਸਟ੍ਰੈਸ ਆਉਣ ਲੱਗ ਜਾਂਦਾ ਹੈ ਉਹ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਸਪੈਸ਼ਲੀ ਸਟੂਡੈਂਟਸ ਦੇ ਲਈ। ਉੱਪਰੋਂ ਕੋਵਿਡ ਸੀਗਾ। ਤੇ ਜਸ਼ਨ, ਹੁਣ ਜੌਬ ਬਾਰੇ ਤਾਂ ਦੱਸਤਾ, ਹੁਣ ਸਟੱਡੀ ਬਾਰੇ ਦੱਸ। ਇੰਡੀਆ ਸਾਰੇ ਕਹਿੰਦੇ ਆ ਵੀ ਕੈਨੇਡਾ ਦੀ ਸਟੱਡੀ ਹੈ ਜਿਹੜੀ ਉਹ ਈਜ਼ੀ ਹੈ, ਇੱਥੇ ਤਾਂ ਸਿਰਫ 2-3 ਦਿਨ ਪੜ੍ਹਨਾ ਪੈਂਦਾ ਹੈ ਤੇ ਬਾਕੀ ਚਲੋ ਵੀ ਨਜ਼ਾਰੇ ਕੰਮ ਕੁਝ। ਆਈ ਡੋਂਟ ਥਿੰਕ ਸੋ। ਇਹ ਇੰਡੀਆ ਵਾਲਿਆਂ ਦਾ ਵਹਿਮ ਹੈ। ਸੋ ਮੈਂ ਇੰਡੀਆ ਵਾਲਿਆਂ ਦਾ ਵਹਿਮ ਦੂਰ ਕਰਨਾ ਚਾਹੁੰਦੀ ਹਾਂ ਕਿ ਸਭ ਤੋਂ ਵੱਡੀ ਗੱਲ ਕਿ ਇੰਡੀਆ ਦੇ ਉੱਥੇ ਬੈਠੇ ਸਿਰਫ ਗੈਸ ਲਾ ਰਹੇ ਆ ਕਿ ਹਾਂ ਉੱਥੇ ਦੀ ਲਿਵਿੰਗ ਬਸ ਕੀ ਹੈ, ਉੱਥੇ ਬਸ ਕੰਮ ਕਰੋ, ਉੱਥੇ ਕੋਈ ਟੈਨਸ਼ਨ ਨਹੀਂ, ਆਪਣਾ ਕਮਾਓ ਐਂਡ ਥੋੜ੍ਹੀਆਂ ਜਿਹੀ ਅਸਾਈਨਮੈਂਟਾਂ ਨੇ ਕਰੋ। ਇਟਸ ਨਾਟ ਲਾਈਕ ਇੱਥੇ ਲਿਵਿੰਗ ਇੰਨੀ ਈਜ਼ੀ ਨਹੀਂ ਹੈਗੀ। ਇੱਥੇ ਕੀ ਹੈ ਕਿ ਅਸਾਈਨਮੈਂਟਸ ਟੀਚਰ ਬਹੁਤ ਕੋਆਪਰੇਟਿਵ ਹੁੰਦੇ ਆ, ਲਾਈਕ ਬਟ ਇੱਕ ਹੁੰਦਾ ਕੀ ਹੈ ਕਿ ਆਪਾਂ ਨੂੰ ਆਪਣੀਆਂ ਅਸਾਈਨਮੈਂਟਸ ਕਰਨ ਦਾ ਜਾਂ ਆਪਾਂ ਜਦੋਂ ਜੌਬ ਤੇ ਹੁੰਦੇ ਹਾਂ ਉਹਨਾਂ ਦਾ ਟਾਈਮ ਨਹੀਂ ਲੱਗਦਾ। ਐਂਡ ਕੁਝ ਕੁ ਚੀਜ਼ਾਂ ਪਹਿਲੀ ਵਾਰੀ ਆਪਾਂ ਬਿਲਕੁਲ ਡਿਫਰੈਂਟ ਸਟਾਈਲ ਤੇ ਜਾਂਦੇ ਹਾਂ। ਇੰਡੀਆ ਆਪਾਂ ਸਾਰਾ ਕੁਝ ਥਿਓਰੈਟੀਕਲ ਪੜ੍ਹਦੇ ਸੀ, ਇੱਥੇ ਪ੍ਰੈਕਟੀਕਲ ਤੇ ਜਾਂਦੇ ਹਾਂ। ਉੱਥੇ ਆਪਾਂ ਲਾਈਕ ਟੀਚਰ ਬੋਲਦਾ ਸੀ ਕਿ ਪੁਆਇੰਟ ਨੋਟ ਡਾਊਨ ਕਰੋ, ਕਾਪੀ ਹੁੰਦੀ ਸੀ। ਇੱਥੇ ਸਭ ਕੁਝ ਆਨਲਾਈਨ ਪਿਆ ਹੈ ਆਪਣੇ ਕੋਲ, ਰਾਈਟ। ਸੋ ਥਿਓਰੈਟੀਕਲ ਤੋਂ ਪ੍ਰੈਕਟੀਕਲ ਸਟੱਡੀ ਤੇ ਜਾਣਾ ਲਾਈਕ ਇਹ ਬਹੁਤ ਡਿਫਿਕਲਟ ਨਹੀਂ ਕਹਿ ਸਕਦੀ ਮੈਂ। ਇੱਥੇ ਟੀਚਰਸ ਇੰਨਾ ਹਾਰਡ ਵਰਕ ਨਹੀਂ ਕਰਦੇ ਜਿੰਨਾ ਸਟੂਡੈਂਟਸ ਨੂੰ ਕਰਨਾ ਪੈਂਦਾ ਹੈ। ਇਹ ਗੱਲ ਮੈਂ ਮੰਨਦੀ ਹਾਂ ਕਿ ਹਾਂ ਸਟੂਡੈਂਟਸ ਨੂੰ ਇੱਥੇ ਜ਼ਿਆਦਾ ਉਹ ਕਰਨਾ ਪੈਂਦਾ ਹੈ, ਸਪੈਸੀਫਿਕਲੀ ਇੰਟਰਨੈਸ਼ਨਲ ਸਟੂਡੈਂਟਸ ਨੂੰ। ਸਾਰਿਆਂ ਨੂੰ ਇਹ ਲੱਗਦਾ ਹੁੰਦਾ ਕਿ ਬਹੁਤ ਈਜ਼ੀ ਹੈ ਸਟੱਡੀ ਉੱਥੇ, ਤਾਂ ਬਸ ਇਹ ਹੈ ਕਿ ਅਸੀਂ ਜਲਦੀ ਆਏ ਹੋ ਜਾਾਂਗੇ, ਪਾਸ ਹੋ ਜਾਾਂਗੇ ਜਾਂ ਅਸੀਂ ਐਵੇਂ ਕਰ ਲਾਂਗੇ। ਜਦਕਿ ਇੰਡੀਆ ਵਿੱਚ ਤੁਸੀਂ ਜਿਵੇਂ ਆਰਟਸ ਹੈ, ਆਰਟਸ ਦੇ ਵਿੱਚ ਉਹ ਆਪਣਾ ਕਲਚਰ ਬਾਰੇ ਪੜ੍ਹਦੇ ਹੈ ਹਨਾ। ਉਹਨਾਂ ਦੀ ਆਪਣੀ ਹਿਸਟਰੀ ਹੁੰਦੀ ਹੈ, ਉਹਨਾਂ ਦਾ ਆਪਣਾ, ਜਿਵੇਂ ਪੰਜਾਬੀ ਲਗਾ ਲਓ ਉਹਨਾਂ ਦੀ ਆਪਣੀ ਹੁੰਦੀ ਹੈ। ਜਿਵੇਂ ਇੰਗਲਿਸ਼ 'ਚ ਵੀ ਕੋਈ ਜ਼ਿਆਦਾ
ਡਿਫਿਕਲਟ ਚੀਜ਼ਾਂ ਨਹੀਂ ਹੁੰਦੀਆਂ, ਉਹ ਸਪੈਸ਼ਲੀ ਉਹਨਾਂ ਦੇ ਅਰਾਊਂਡ ਹੀ ਸਾਰਾ ਕੁਝ ਹੁੰਦਾ ਹੈਗਾ। ਇੱਥੇ ਉਹ ਇੰਡੀਆ ਤੋਂ ਆ ਕੇ ਕਿਸੇ ਦੇ ਹੋਰ ਕਲਚਰ ਬਾਰੇ ਪੜ੍ਹਨਾ, ਯਾ ਡੈਫੀਨੇਟਲੀ ਮੈਂ ਪੜ੍ਹਿਆ ਆ, ਮੈਂ ਕਿਸੇ ਹੋਰ ਕਲਚਰ ਬਾਰੇ ਵੀ ਪੜ੍ਹਿਆ, ਸੋ ਮੈਨੂੰ ਇਹ ਚੀਜ਼ਾਂ ਬਹੁਤ ਡਿਫਿਕਲਟ ਲੱਗੀਆਂ। ਮੈਨੂੰ ਇੱਥੇ ਆ ਕੇ ਟਾਈਮ ਮੈਨੇਜਮੈਂਟ ਬਹੁਤ ਡਿਫਿਕਲਟ ਲੱਗੀ ਬਿਕੋਜ਼ ਆਫ ਕਿ ਜੌਬ ਵੀ ਕਰਨੀ ਹੈ ਐਂਡ ਕਲਾਸਿਸ ਵੀ ਲਗਾਉਣੀਆਂ ਨੇ ਐਂਡ ਫਿਰ ਅਸਾਈਨਮੈਂਟਸ ਵੀ ਕਰਨੀਆਂ ਨੇ। ਸੋ ਇਹ ਸਭ ਚੀਜ਼ਾਂ ਕਹਿਣ ਨੂੰ ਈਜ਼ੀ ਲੱਗਦੀਆਂ ਹੁੰਦੀਆਂ ਨੇ ਕਿ ਨਹੀਂ ਕਰ ਲਾਂਗੇ। ਸ਼ਾਇਦ ਮੈਨੂੰ ਵੀ ਇਹ ਹੁੰਦਾ ਸੀਗਾ ਜਦੋਂ ਮੈਂ ਇੰਡੀਆ ਹੁੰਦੀ ਸੀ ਕਿ ਹਾਂ ਮੈਂ ਉੱਥੇ ਜਾ ਕੇ ਕਰ ਲੂੰਗੀ, ਹਾਂ ਸਾਰੇ ਲੋਕ ਏਦਾਂ ਹੀ ਕਰ ਸੋਚਦੇ ਲੂੰਗੀ, ਆ। ਬਟ ਇੱਥੇ ਆ ਕੇ ਪਤਾ ਲੱਗਦਾ ਕਿ ਨਹੀਂ, ਜੋ ਸੋਚਦੇ ਸੀ ਨਾ ਕਿ ਬਹੁਤ ਈਜ਼ੀ ਲਾਈਫਸਟਾਈਲ ਹੋਊਗਾ, ਇਟ ਇਜ਼ ਨਾਟ। ਇੱਥੇ ਆ ਕੇ ਪਤਾ ਲੱਗਦਾ ਹੈ ਕਿ ਲਿਟਰਲੀ ਲਾਈਫ ਹੈ ਕਿ ਲਾਈਕ ਸਭ ਕੁਝ ਮੈਨੇਜ ਕਰਨਾ ਇਜ਼ ਵੈਰੀ ਡਿਫਿਕਲਟ। ਲਾਈਕ ਮੈਨੂੰ ਲੱਗਦਾ ਹੁੰਦਾ ਕਿ ਸੱਚੀ ਉਹ ਬਹੁਤ ਡਿਫਿਕਲਟ ਹੈ ਇਹ ਚੀਜ਼ਾਂ। ਮੈਨੂੰ ਖੁਦ ਲੱਗਣ ਲੱਗ ਗਿਆ ਵੀ ਸਟੂਡੈਂਟਸ ਦੀ ਲਾਈਫ ਤਾਂ ਬਹੁਤ ਜ਼ਿਆਦਾ ਔਖੀ ਹੈ, ਕਿਉਂਕਿ ਘਰ ਵੀ ਉਹਨਾਂ ਨੇ ਸਾਰਾ ਕੰਮ ਖੁਦ ਕਰਨਾ ਹੈ ਤੇ ਜੌਬ ਵੀ ਕਰਨੀ ਹੈ ਤੇ ਸਟੱਡੀ ਵੀ ਕਰਨੀ ਹੈ, ਉੱਪਰੋਂ ਮਾਰਕਸ ਵੀ ਵਧੀਆ ਚਾਹੀਦੇ ਉੱਪਰੋਂ ਮਾਰਕਸ ਵੀ ਵਧੀਆ ਚਾਹੀਦੇ ਆ। ਤੇ ਉਹਨਾਂ ਦੀ ਸਿਰਫ ਸਟਾਰਟਿੰਗ ਜਰਨੀ ਹੈ ਸਟੂਡੈਂਟਸ ਦੀ, ਇਹ ਅੱਗੇ ਬਹੁਤ ਜ਼ਿਆਦਾ ਸਟੈਪਸ ਪਏ ਨੇ। ਮੈਂ ਜਸ਼ਨ ਨੂੰ ਜਾਣਦੀ ਸੀ, ਜਸ਼ਨ ਟੋਟਲੀ ਚੇਂਜ ਹੋ ਚੁੱਕੀ ਹੈ। ਜਸ਼ਨ ਇੱਕ ਬਿਲਕੁਲ ਸਿੰਪਲ ਜੀ ਕੁੜੀ ਸੀਗੀ ਜਿਸ ਦੀ ਪੂਰੀ ਲਾਈਫ ਬੁੱਕਸ ਦੇ ਵਿੱਚ ਇੱਕ ਬੈਗ ਦੇ ਵਿੱਚ ਬੰਦ ਹੋਈ ਸੀਗੀ। ਉਸ ਸਾਰੀ ਨੌਲੇਜ ਬੁੱਕਵਾਰਮ ਯਾ ਬਟ ਇੱਥੇ ਆ ਕੇ ਮੈਂ ਬਹੁਤ ਚੇਂਜ ਹੋ ਗਈ। ਮੈਂ ਬਹੁਤ ਲਾਈਕ ਚਿਲਿੰਗ ਹੋ ਗਈ, ਯੂ ਕੈਨ ਸੇ ਕਿ ਹਾਂ ਠੀਕ ਹੈ, ਕੌਨਫੀਡੈਂਸ ਬਹੁਤ ਆਇਆ। ਹਾਂ ਕੌਨਫੀਡੈਂਸ ਮੇਰਾ ਬਹੁਤ ਹਾਈ ਹੋਇਆ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਬਹੁਤ ਇੰਟਰੋਵਰਟ ਟਾਈਪ ਸੀਗੀ, ਸੋ ਮੈਂ ਇੱਥੇ ਆ ਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਚੇਂਜ ਕੀਤਾ ਆ। ਚਲੋ ਕਰਨਾ ਵੀ ਪੈਂਦਾ ਹੈ ਯਾ ਬਿਕਾਜ਼ ਕੌਨਫੀਡੈਂਸ ਮੈਟਰਸ। ਅਗਰ ਤੁਸੀਂ ਕਿਸੇ ਜੌਬ ਦੀ ਇੰਟਰਵਿਊ ਲਈ ਵੀ ਇੱਥੇ ਜਾਂਦੇ ਹੋ ਨਾ, ਤਾਂ ਅਗਰ ਉਹ ਤੁਹਾਡਾ ਕੌਨਫੀਡੈਂਸ ਲੈਵਲ ਚੈੱਕ ਕਰਦੇ ਆ ਕਿ ਹਾਂ ਅਗਰ ਤੁਸੀਂ ਕੌਨਫੀਡੈਂਟ ਹੋ ਕੇ ਕਿ ਹਾਂ ਇਹ ਜੌਬ ਤਾਂ ਸਿਰਫ ਮੇਰੇ ਲਈ ਹੀ ਬਣੀ ਹੈ, ਤਾਂ ਡੈਫੀਨਿਟਲੀ ਉਹਨਾਂ ਨੇ ਤੁਹਾਡਾ ਕੌਨਫੀਡੈਂਸ ਲੈਵਲ ਦੇਖ ਕੇ ਤੁਹਾਨੂੰ ਹਾਇਰ ਕਰ ਲੈਣਾ ਆ। ਐਂਡ ਹੋਰ ਸੋਸ਼ਲ ਲਾਈਫ ਮੇਰੀ ਹੋਰ ਕੀ ਸੀ ਕਿ ਮੈਂ ਬਹੁਤ ਕੁਝ ਸਿੱਖਿਆ ਹੈ ਕਿ ਹਰ ਵਾਰੀ ਹਰ ਬੰਦੇ ਤੇ ਟਰਸਟ ਨਹੀਂ ਕੀਤਾ ਜਾ ਸਕਦਾ ਇੱਥੇ। ਕਿ ਲਾਈਕ ਕੁਝ ਲੋਕ ਹੁੰਦੇ ਆ ਕਿ ਨਹੀਂ ਹੁੰਦੇ, ਲਾਈਕ ਟਰਸਟ ਦੇ ਕਾਬਿਲ ਨਹੀਂ ਹੁੰਦੇ, ਲਾਈਕ ਬਿਕਾਜ਼ ਆਪਾਂ ਸਾਰਿਆਂ ਨੂੰ ਲੱਗਦਾ ਹੁੰਦਾ, ਆਪਾਂ ਕੁਝ ਲੋਕ ਹੁੰਦੇ ਆ ਆਪਣੀ ਲਾਈਫ 'ਚ ਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਨਹੀਂ ਜਿਸ ਤਰ੍ਹਾਂ ਦੇ ਆਪਾਂ ਆ ਉਸ ਤਰ੍ਹਾਂ ਦੇ ਹੀ ਹੋਊਗਾ, ਬਟ ਵੀ ਹੈਵ ਟੂ ਥਿੰਕ ਕਿ ਨਹੀਂ ਸਾਰੇ ਆਪਣੇ ਵਰਗੇ ਨਹੀਂ ਹੁੰਦੇ, ਬਟ ਸਾਰੇ ਬੁਰੇ ਵੀ ਨਹੀਂ ਹੁੰਦੇ, ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਹੁੰਦਾ। ਪਰ ਜਸ਼ਨ 90% ਲੋਕ ਆਪਣੇ ਵਰਗੇ ਨਹੀਂ ਹੁੰਦੇ, ਬਹੁਤ ਜ਼ਿਆਦਾ ਸੈਲਫਿਸ਼ ਹੁੰਦੇ ਹੈਗੇ ਜਿਹੜੇ ਲਾਈਕ ਸਿਰਫ ਆਪਾਂ ਆਪਣੇ ਬਾਰੇ ਸੈਲਫਿਸ਼ ਸੋਚਦੇ ਨਹੀਂ ਕਹਿ ਸਕਦੇ, ਆਪਾਂ ਕਿਸੇ ਨੂੰ ਨੈਗੇਟਿਵ ਨਹੀਂ ਬੋਲਣਾ ਚਾਹੀਦਾ। ਲਾਈਕ ਹਾਂ ਸ਼ੁਰੂ ਤੋਂ ਕਰਨੀ ਹੈ ਬਹੁਤ ਸੋਹਣਾ ਓਏ ਨਹੀਂ ਉਹ ਸ਼ੁਰੂ ਤੋਂ ਨਹੀਂ। ਸੋ ਗੱਲ ਕੀ ਆਪਾਂ ਲਾਈਕ ਪੀਪਲ ਦੇ ਸਰਾਊਂਡਿੰਗ ਜਾਨੀ ਆਪਾਂ ਉਹ ਵੀ ਕਿਸੇ ਤੇ ਟਰਸਟ ਨਹੀਂ ਕਰ ਸਕਦੇ ਇਨ ਦਾ ਵੇ ਕਿ ਆਪਾਂ ਕਹਿ ਸਕੀਏ ਕਿ ਹਾਂ ਮੈਨੂੰ ਇਸ ਬੰਦੇ ਤੇ ਇੰਨਾ ਵਿਸ਼ਵਾਸ ਹੈ ਕਿ ਇਹ ਮੇਰੇ ਪੈਸੇ ਐਵੇਂ ਰੱਖੂਗਾ ਜਾਂ ਐਵੇਂ ਕਰੂਗਾ ਜਾਂ ਐਵੇਂ ਕਰੂਗਾ, ਲਾਈਕ ਬਿਕਾਜ਼ ਇੱਥੇ ਸਭ ਦੀ ਲਾਈਫ ਸਟਾਈਲ ਇੰਨੀ ਕੁ ਸਟ੍ਰੈਸਡ ਆਊਟ ਆ, ਇੰਨੀ ਕੁ ਉਹ ਹੈ ਕਿ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ, ਕਿ ਹਰੇਕ ਨੂੰ ਇਹ ਹੁੰਦਾ ਕਿ ਮੈਂ ਅੱਗੇ ਵਧਾਂ। ਐਕਚੁਅਲੀ ਸਾਰਿਆਂ ਨੂੰ ਇਹ ਹੈ ਕਿ ਹਾਂ ਮੈਨੂੰ ਵੀ ਹੁੰਦਾ ਹੈ ਕਿ ਮੈਂ ਆਪਣੀ ਲਾਈਫ 'ਚ ਮੇਰੀ ਜੋ ਮੇਰੀ ਰੇਸ ਚੱਲ ਰਹੀ ਹੈ ਮੈਂ ਉਸ ਦੇ ਲਾਈਕ ਮੈਂ ਹੀ ਜਿੱਤਾਂ, ਮੈਂ ਹੀ ਵਿਨਰ ਹੋਵਾਂ, ਮੈਂ ਹੀ ਟੌਪ ਤੇ ਹੋਵਾਂ, ਬਟ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਆਪਾਂ ਇੱਕ ਟੌਪ ਤੇ ਐਵੇਂ ਤਾਂ ਨਹੀਂ ਹੋ ਸਕਦੇ ਕਿ ਇੱਕਦਮ ਲਾਈਕ ਮੈਂ ਕਹਿਤਾ ਤਾਂ ਹੋ ਗਿਆ ਐਵੇਂ। ਸੋ ਮੇਰੀ ਸੋਸ਼ਲ ਲਾਈਫ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਦੇ ਲੋਕਾਂ ਨੂੰ ਮੈਂ ਮਿਲੀ ਹਾਂ ਕਿ ਠੀਕ ਹੈ ਆਪਣੀ ਲਾਈਫ 'ਚ ਲਾਈਕ ਮੇਰੇ ਬਹੁਤ ਫਰੈਂਡਸ ਨੇ, ਮੈਨੂੰ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ। ਤੁਸੀਂ ਸੁਣਿਆ ਹੀ ਅਸੀਂ ਬਹੁਤ ਘੁੰਮਦੇ ਫਿਰਦੇ ਸੀ, ਬਹੁਤ ਜ਼ਿਆਦਾ ਭਾਬੀ ਨੂੰ ਪਤਾ ਸੀ ਬਹੁਤ ਜ਼ਿਆਦਾ ਘੁੰਮਦੇ ਫਿਰਦੇ ਸੀਗੇ। ਲਾਈਕ ਅਗਰ ਕੁਝ ਹੋਰ ਹੁੰਦਾ ਨਾ ਹੁੰਦਾ ਵੈਨਕੂਵਰ ਜਾ ਕੇ ਤਾਂ ਅਸੀਂ ਸਾਰਿਆਂ ਨੇ ਬੈਠ ਹੀ ਜਾਣਾ ਹੁੰਦਾ ਸੀ ਜਾਂ ਕਿਸੇ ਦੇ ਘਰੇ ਜਾ ਕੇ ਬੈਠ ਜਾਣਾ ਹੁੰਦਾ ਸੀਗਾ। ਸੋ ਗੱਲ ਕੀ ਸੀਗੀ ਕਿ ਹੋਰ ਇੱਕ ਸੋਸ਼ਲ ਲਾਈਫ ਦਾ ਇੱਕ ਹੋਰ ਪੱਖ ਸੀਗਾ ਕਿ ਲਾਈਕ ਕਿਤੇ ਨਾ ਕਿਤੇ ਸਾਨੂੰ ਕੁਝ ਕੁ ਲੋਕਾਂ ਦੀ ਨੈਗੇਟਿਵਿਟੀ ਸਪੈਸੀਫਿਕਲੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਹਿਣੀ ਪੈਂਦੀ ਸੀ ਕਿ ਹਾਂ ਠੀਕ ਹੈ ਇਹਨਾਂ ਸਟੂਡੈਂਟਸ ਦਾ ਕੋਈ ਲਿਵਿੰਗ ਸਟੈਂਡਰਡ ਨਹੀਂ ਹੈਗਾ। ਆਈ ਵਾਂਟ ਟੂ ਸੇ ਕਿ ਜੇ ਸਟੈਂਡਰਡ ਹੈਗਾ ਲਿਵਿੰਗ ਤਾਂ ਸਾਡਾ ਹੀ ਹੈ, ਬਿਕੋਜ਼ ਅਸੀਂ ਆਪਣੀ ਲਿਵਿੰਗਹੁੱਡ ਆਪਣੇ ਆਪ ਕਰ ਰਹੇ ਹਾਂ ਸਾਰਾ ਕੁਝ। ਅਸੀਂ ਆਪਣੇ ਕਾਲਜਸ ਦੀ ਫੀਸਿਸ ਭਰ ਰਹੇ ਹਾਂ, ਅਸੀਂ ਜੌਬਸ ਖੁਦ ਕਰਦੇ ਹਾਂ ਐਂਡ ਅਸੀਂ ਆਪਣਾ ਖਾਣਾ ਆਪ ਬਣਾਉਂਦੇ ਹਾਂ, ਅਸੀਂ ਖੁਦ ਰੈਂਟ ਪੇ ਕਰਦੇ ਹਾਂ, ਈਵਨ ਤੋਂ ਅਸੀਂ ਆਪਣੇ ਮੰਮੀ ਡੈਡੀ ਤੇ ਵੀ ਡਿਪੈਂਡ ਨਹੀਂ ਹੈਗੇ। ਅਗਰ ਅਸੀਂ ਆਪਣਾ ਸਾਰਾ ਕੁਝ, ਸਾਨੂੰ ਆਪਣੇ ਫਿਊਚਰ ਦੀ ਖੁਦ ਟੈਨਸ਼ਨ ਹੈ, ਸਾਨੂੰ ਇਹ ਕਿ ਅਸੀਂ ਆਪਣੇ ਮਾਪਿਓ ਬਾਰੇ ਸੋਚ ਰਹੇ ਹਾਂ ਐਂਡ ਆਈ ਥਿੰਕ ਇਹੀ ਲਿਵਿੰਗ ਸਟੈਂਡਰਡ ਹੁੰਦਾ ਹੈ ਕਿ ਆਪਣੇ ਬਾਰੇ ਵੀ ਸੋਚ ਰਹੇ ਹਾਂ ਤੇ ਅਸੀਂ ਆਪਣੇ ਮਾਪਿਓ ਬਾਰੇ ਵੀ ਸੋਚ ਰਹੇ ਹਾਂ, ਅਸੀਂ ਉਹਨਾਂ ਤੇ ਬਿਲਕੁਲ ਡਿਪੈਂਡ ਨਹੀਂ ਹੈਗੇ। ਸੋ ਇੱਕ
ਇੰਟਰਨੈਸ਼ਨਲ ਸਟੂਡੈਂਟ ਦੀ ਜੋ ਸੋਸ਼ਲ ਲਾਈਫ ਹੈ, ਉਹਦੀ ਮਿਲਣ ਗਿਲਣ ਦੀ ਸੋਸ਼ਲ ਲਾਈਫ ਆ, ਉਹ ਇੱਕ ਨੈਗੇਟਿਵਿਟੀ ਨਾਲ ਵੀ ਭਰੀ ਹੋਈ ਹੈ ਤੇ ਫਰੈਂਡਸ ਦੇ ਨਾਲ ਇੱਕ ਪੋਜ਼ਿਟਿਵਿਟੀ ਨਾਲ ਵੀ ਭਰੀ ਹੋਈ ਹੈ। ਸੋ ਆਈ ਡੋਂਟ ਥਿੰਕ ਸੋ ਕਿ ਮੈਂ ਸਾਰੇ ਸਟੂਡੈਂਟਸ ਨੂੰ ਇਹ ਕਹਿਣਾ ਚਾਹਨੀ ਹਾਂ ਕਿ ਜੋ ਨੈਗੇਟਿਵਿਟੀ ਵਾਲੀ ਲਾਈਫ ਹੈ ਉਹਨੂੰ ਆਪਾਂ ਆਪਟੀਮਿਸਟਿਕ ਰੱਖ ਕੇ ਲੋਕਾਂ ਨੂੰ ਸਿਰਫ ਇਹੀ ਪ੍ਰੂਵ ਕਰਕੇ ਦਿਖਾਣਾ ਹੈ ਕਿ ਵੀ ਆਰ ਬੈਸਟ, ਸਾਨੂੰ ਹੀ ਇੱਥੇ ਰਹਿਣਾ ਆਉਂਦਾ ਆ, ਅਸੀਂ ਬੈਸਟ ਆ। ਐਂਡ ਪਲੀਜ਼ ਇੰਡੀਆ ਵਾਲੇ ਗੈਸ ਨਾ ਲਾਇਆ ਕਰੋ ਕਿ ਇੱਥੇ ਲਿਵਿੰਗ ਲਾਈਫ ਬਹੁਤ ਈਜ਼ੀ ਆ। ਵੀ ਇੰਟਰਨੈਸ਼ਨਲ ਸਟੂਡੈਂਟਸ ਨੋ ਕਿ ਹਾਂ ਅਸੀਂ ਆਪਣਾ ਕਿਵੇਂ ਰਹਿੰਦੇ ਆ ਜਾਂ ਕਿੱਦਾਂ ਖਰਚਾ ਕੱਢਦੇ ਆ ਜਾਂ ਐਵਰੀਥਿੰਗ ਲਾਈਕ ਸਾਡੀ ਲਿਵਲੀਹੁੱਡ ਕਿਵੇਂ ਆ। ਓਕੇ ਜਸ਼ਨ, ਇਹ ਹੋ ਗਈਆਂ ਸਰੀ ਦੀਆਂ ਗੱਲਾਂ। ਹੁਣ ਤੁਸੀਂ ਕੈਲਗਰੀ ਆ ਚੁੱਕੇ ਹੋ ਤੇ ਸਰੀ ਤੋਂ ਕੈਲਗਰੀ ਤੁਸੀਂ ਬਾਏ ਬੱਸ ਆਏ ਤੇ ਉਹ ਸਫ਼ਰ ਕਿਵੇਂ ਰਿਹਾ? ਓਕੇ, ਕੈਨੇਡਾ ਚ ਘੁੰਮਣਾ ਬਹੁਤ ਵੱਡੀ ਗੱਲ, ਲਾਈਕ ਮਜ਼ੇਦਾਰ ਹੁੰਦਾ ਹੈ ਬਹੁਤ, ਮੈਨੂੰ ਲੱਗਦਾ ਬਿਕਾਜ਼ ਮੈਂ ਬਾਏ ਬੱਸ ਆਈ ਸੀਗੀ ਐਂਡ ਮੈਨੂੰ ਸਾਰੇ ਪ੍ਰੈਫਰ ਕਰ ਰਹੇ ਸੀ। ਠੀਕ ਹੈ, ਮੈਂ ਆਪਣੀ ਭਾਬੀ ਕੋਲ ਆਈ ਸੀ, ਮੈਂ ਆਪਣੇ ਵੀਰੇ ਕੋਲ ਆਈ ਸੀ, ਮੈਂ ਆਪਣੀ ਭਤੀਜੀ ਕੋਲ ਆਈ ਸੀ, ਸੋ ਮੈਨੂੰ ਸਾਰਿਆਂ ਨੇ ਪ੍ਰੈਫਰ ਕੀਤਾ ਪਲੇਨ, ਬਟ ਮੈਂ ਚੂਜ਼ ਕੀਤੀ ਬੱਸ। ਰੀਜ਼ਨ ਬਿਹਾਈਂਡ ਬਾਏ ਰੋਡ ਜਾਣਾ ਬਹੁਤ, ਮੇਰਾ 10 ਘੰਟੇ ਦਾ ਸਫ਼ਰ ਸੀਗਾ। ਮੈਂ ਉੱਥੋਂ 40 ਮਿੰਟ ਦਾ, ਕਿਤੇ 10 ਘੰਟਿਆਂ ਦਾ। ਮੈਂ ਉੱਥੋਂ ਸਵੇਰ ਦੇ 8:30 ਵਜੇ ਚੱਲੀ ਸੀ ਐਂਡ ਮੈਂ ਇੱਥੇ ਰਾਤ ਦੇ 9:30 ਇਹ ਵੀ ਤੁਹਾਨੂੰ ਬੈਨੀਫਿਟ ਮਿਲ ਗਿਆ ਨਾ ਵੀ ਤੁਸੀਂ ਸਵੇਰ ਚੱਲੇ, ਹੈ ਨਾ, ਵੀ ਤੁਸੀਂ ਸਾਰਾ ਦਿਨ ਦਾ ਸਫ਼ਰ ਦੇਖਿਆ, ਦਿਨ ਦੇ ਵਿੱਚ ਵਿਊ ਦੇਖੇ ਸਾਰੇ। ਬਹੁਤ ਮਜ਼ੇਦਾਰ ਵਿਊਜ਼ ਹੁੰਦੇ ਆ ਰਸਤੇ ਚ ਆਉਂਦੇ ਹੋਏ। ਮੈਂ ਸਾਰਿਆਂ ਨੂੰ ਬੱਸ ਪ੍ਰੈਫਰ ਸਾਰਾ ਕੈਨੇਡਾ ਹੀ ਬਹੁਤ ਜ਼ਿਆਦਾ ਸੋਹਣਾ ਹੈ। ਕੈਲਗਰੀ ਵਗੈਰਾ ਆਣਾ ਹੋਵੇ, ਜਿੱਥੇ ਬੱਸ ਦੀ ਸਰਵਿਸ ਹੈਗੀ ਨਾ ਤਾਂ ਬੱਸ ਤੇ ਜਾਓ, ਉੱਥੇ ਵਧੀਆ ਸਟਾਪ ਵੀ ਡਿਫਿਕਲਟ ਹੁੰਦਾ ਹੈ ਬੱਸ ਚ, ਲਾਈਕ ਉੱਥੇ ਐਵੇਂ ਲੰਬੇ ਨਹੀਂ ਨਾ ਪੈ ਸਕਦੇ। ਹਾਂਜੀ, ਉਹੀ ਹੈ ਨਾ, ਲੰਬਾ ਸਫ਼ਰ ਕਈ ਨਹੀਂ ਸਹਿ ਸਕਦੇ ਤੇ ਉਹਨਾਂ ਲਈ ਬਾਈ 에ਅਰ ਠੀਕ ਹੈ। ਬਸ ਬਾਈ 에ਅਰ ਥੋੜਾ ਐਕਸਪੈਂਸਿਵ ਹੁੰਦਾ ਹੈ ਨਾ ਜਸ਼ਨ? ਹਾਂ, ਐਕਸਪੈਂਸਿਵ ਹੁੰਦਾ ਹੈ ਬਾਈ 에ਅਰ, ਬਸ ਠੀਕ ਹੈ। ਬਾਈ ਬੱਸ ਵੀ ਐਕਸਪੈਂਸਿਵ ਨਹੀਂ ਹੁੰਦਾ, ਬਾਈ ਬੱਸ ਐਕਸਪੈਂਸਿਵ ਨਹੀਂ ਹੁੰਦਾ। ਇੱਕ ਬੈਨੀਫਿਟ ਇਹ ਵੀ ਹੈ ਤੁਸੀਂ ਬੈਗ ਲੈ ਕੇ ਆ ਸਕਦੇ ਹੋਗੇ। ਇੱਕ ਬੈਨੀਫਿਟ ਇਹ ਹੈ ਕਿ ਹਾਂ ਬਾਈ ਜਸ਼ਨ ਫੇਰ ਵੀ ਨਹੀਂ ਲੈ ਕੇ ਆਈ ਕੰਪਲੀਟ, ਦੋਨੋਂ ਬੈਗ ਨਹੀਂ ਲੈ ਕੇ ਆਈ, ਇਹ ਸਿਰਫ ਇੱਕ ਬੈਗ ਲੈ ਕੇ ਆਈ। ਬਾਏ ਬੱਸ ਆਉਣ ਦਾ ਬਹੁਤ ਮਜ਼ਾ ਆਇਆ। ਮੈਂ ਸਾਰਿਆਂ ਨੂੰ ਬਾਏ ਬੱਸ ਆਉਣਾ ਪ੍ਰੈਫਰ ਕਰਦੀ ਹਾਂ ਬਿਕੋਜ਼ ਆਉਂਦੇ ਹੋਏ ਬਹੁਤ ਸੋਹਣੇ ਵਿਊਜ਼ ਆਉਂਦੇ ਆ। ਮੈਨੂੰ ਜਗ੍ਹਾਵਾਂ ਦੇ ਨਾਮ ਨਹੀਂ ਯਾਦ ਹੈਗੇ ਬਟ ਬਹੁਤ ਸੋਹਣੇ ਵਿਊਜ਼ ਆਉਂਦੇ ਹੈਗੇ। ਬਹੁਤ ਮਜ਼ਾ ਆਉਂਦਾ ਹੈ, ਬੱਸ ਸਟਾਪਸ ਤੇ ਰੁਕਦੀ ਹੈ, ਠੀਕ ਹੈ, ਜਾਂ ਆਪਾਂ ਦੇਖਦੇ ਹਾਂ, ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਦੇਖਣ 'ਚ। ਪਾਣੀ ਹੁੰਦਾ ਸਾਈਡ ਤੇ, ਬਹੁਤ ਸਕੂਨ ਭਰਿਆ ਸਫ਼ਰ ਹੁੰਦਾ ਹੈ ਬੱਸ ਤੇ। ਪਲੇਨ ਤੇ ਕੀ ਹੁੰਦਾ 1 ਘੰਟੇ 'ਚ ਲੈਂਡ ਕਰ ਜਾਓ, ਲਾਈਕ ਉਹ ਮਜ਼ਾ ਨਹੀਂ ਰਹਿੰਦਾ। ਸੋ ਅਗਰ ਕਿਤੇ ਤੁਸੀਂ ਦੂਰ ਜਾਣਾ ਆ ਐਂਡ ਬੱਸ ਉੱਥੇ ਹੈਗੀ ਹੈ ਤਾਂ ਮੈਂ ਤੁਹਾਨੂੰ ਬੱਸ ਦਾ ਸਫ਼ਰ ਹੀ ਪ੍ਰੈਫਰ ਕਰੂੰਗੀ ਇਫ ਯੂ ਆਰ ਏਬਲ। ਤਾਂ ਤੁਸੀਂ ਹੈਲਥੀ ਵੀ ਹੈਗੇ ਹੋ ਐਂਡ ਤੁਹਾਨੂੰ ਮਜ਼ਾ ਵੀ ਆਉਣਾ ਹੈ, ਲਾਈਕ ਤੁਹਾਨੂੰ ਬੱਸ 'ਚ ਕੋਈ ਪ੍ਰੋਬਲਮ ਵੀ ਨਹੀਂ ਹੋਣੀ। ਸੋ ਤੁਸੀਂ ਬਾਏ ਬੱਸ ਜਾਓ। ਓਕੇ ਜਸ਼ਨ, ਲਾਸਟ ਬਟ ਨਾਟ ਲੀਸਟ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਲਾਈਕ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਇੱਥੇ ਆ ਕੇ ਤੁਸੀਂ ਕੰਮ ਕਰ ਰਹੇ ਹੋ ਨਾ, ਤੁਸੀਂ ਇੱਥੇ ਰਹਿ ਰਹੇ ਹੋ, ਕੰਮ ਕਰ ਰਹੇ ਹੋ, ਆਪਣਾ ਸਾਰਾ ਕੁਝ ਕਰ ਰਹੇ ਹੋ, ਮਤਲਬ ਤੁਹਾਡੇ ਤੋਂ ਕੋਈ ਸਟਰੋਂਗ ਨਹੀਂ ਹੈਗਾ ਇੱਥੇ। ਮੰਮੀ ਡੈਡੀ ਤੋਂ ਬਿਨਾਂ ਰਹਿਣਾ ਬਹੁਤ ਡਿਫਿਕਲਟ ਆ, ਆਈ ਅੰਡਰਸਟੈਂਡ, ਐਂਡ ਛਾ ਜਾਓ, ਯੂ ਆਰ ਦ ਬੈਸਟ। ਪੜ੍ਹੋ, ਨਾਮ ਕਮਾਓ। ਬਾਏ, ਟੇਕ ਕੇਅਰ, ਥੈਂਕ ਯੂ ਸੋ ਮਚ। ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ 96.8% ਪੀਪਲ ਉਹ ਲੋਕ ਨੇ ਮੇਰੀ ਵੀਡੀਓ ਦੇਖਦੇ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਅਸੀਂ ਥੋੜੇ ਜਿਹੇ ਮੋਟੀਵੇਟ ਹੁੰਨੇ ਆ ਉਸ ਦੇ ਨਾਲ ਜਦੋਂ ਤੁਸੀਂ ਸਾਡੀ ਫੈਮਿਲੀ ਵਿੱਚ ਤੁਸੀਂ ਸ਼ਾਮਿਲ ਹੁੰਨੇ ਹੋਗੇ। Please video ਨੂੰ full watch ਕਰਿਆ ਕਰੋ। Thank you everyone. Take care. Thank you everybody. Take care. Bye.